ਇੱਥੇ ਇੱਕ ਵਿਗੜਿਆ ਜਿਹਾ ਬੰਦਾ ਭਾਵੇਂ ਹਿੰਦੂ ਕਮਿਊਨਿਟੀ ਦੇ ਨਾਲ ਸੰਬੰਧ ਰੱਖਦਾ ਹੈ, ਅਨਿਲ ਅਰੋੜਾ ਨਾਂ ਸੀ ਨਾ ਉਹਦਾ ਪਿੱਛੇ ਜੇ ਜਿੰਨੇ, ਤੇ ਉਹ ਬੰਦੇ ਨੇ ਇੱਕ ਸਟੇਟਮੈਂਟ ਦਿੱਤੀ, ਨੋਟ ਕਰਿਓ। ਕੋਈ ਗਾਵੇ ਕੋ ਸੁਣੈ ਹਰਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਆ ਸਾਡੇ ਵਡੇਰਿਆਂ ਦਾ ਗਿਆਨ, ਸਾਡੇ ਵੱਡਿਆਂ ਦਾ ਗਿਆਨ, ਗੁਰੂ ਨਾਨਕ ਦੀ ਵਿਚਾਰਧਾਰਾ, ਕਬੀਰ ਜੀ ਦੀ, ਰਵਿਦਾਸ ਮਹਾਰਾਜ ਦੀ, ਇਹਦੇ ਵਿੱਚ ਭੱਟਾਂ ਦੀ ਬਾਣੀ ਦਰਜ ਹੈ। 15 ਬ੍ਰਾਹਮਣਾਂ ਦੇ ਘਰ ਜੰਮੇ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ। 35 ਚੋਂ 15। ਸੋਚ ਕੇ ਵੇਖੋ, ਕੋਈ ਗਾਵੇ ਕੋਈ ਸੁਣ ਲਵੇ, ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ। ਗਿਆਨ ਨੂੰ ਚਿੱਤ ਲਾ ਕੇ ਸੁਣੇ, ਇਨਕਲਾਬੀ ਵਿਚਾਰਾਂ ਨੂੰ, ਤੇ ਜ਼ਿੰਦਗੀ ਬਦਲ ਜਾਂਦੀ ਹੈ। ਤੇ ਅਨਿਲ ਅਰੋੜੇ ਵਰਗਿਆਂ ਦੇ ਨਾ ਪਿੱਛੇ ਜੇ ਰੌਲਾ ਪੈ ਰਿਹਾ ਵੀ ਉਹਨੂੰ ਗ੍ਰਿਫਤਾਰ ਕਰੋ, ਉਹਨੂੰ ਫੜੋ। ਤੇ ਮੈਂ ਕਈ ਦਿਨਾਂ ਤੋਂ ਸੁਣਿਆ, ਕਿਉਂਕਿ ਨੈਟ ਦੇ ਉੱਤੇ ਤੇ ਹੈ ਨਹੀਂ ਰਿਕਾਰਡਿੰਗ ਉਹਦੀ, ਉਹਨੇ ਬੋਲਿਆ ਕੀ ਲੱਭਦੀ ਨਹੀਂ, ਕਿਉਂਕਿ ਉਹਦੀ ਬੋਲਿਆ ਹੀ ਇੰਨਾ ਗਲਤ ਹੈ ਕਿ ਉਹ ਨੈਟ ਦੇ ਉੱਤੇ ਨਿਊਜ਼ਾਂ ਵਾਲਿਆਂ ਨੇ ਸੁਣਾਇਆ ਨਹੀਂ, ਉਹ ਸ਼ਬਦ ਗਲਤ ਬੋਲੇ। ਤੇ ਮੈਂ ਉਹ ਹੁਣ ਆਉਣ ਲੱਗਿਆ ਸੀ ਤੇ ਮੈਂ ਇਹਨੂੰ ਕਿਹਾ, ਮੈਂ ਸਿੰਘ ਨੂੰ, ਮੈਂ ਕਿਹਾ ਮੈਨੂੰ ਲੱਭ ਕੇ ਜਰਾ ਦਿਖਾਓ, ਸੁਣਾਓ, ਲੱਭੋ ਤੇ ਸਹੀ ਹੈ ਕੀ ਹੈ, ਬੋਲਿਆ ਕੀ ਉਹਨੇ। ਤੇ ਜਦੋਂ ਮੈਂ ਉਹਨੂੰ ਸੁਣਿਆ ਬੰਦੇ ਨੂੰ ਬੋਲਦੇ ਨੂੰ, ਹਿੰਦੂ ਗੁਰੂ ਨਾਨਕ ਦਾ ਕਈ ਬਹੁਤ ਸਤਿਕਾਰ ਕਰਦੇ ਨੇ, ਕਿਉਂਕਿ ਵੇਖੋ ਚੰਗੇ ਵਿਚਾਰ, ਚੰਗੀ ਸੋਚ, ਜੀਵਨ ਦੇਣ ਵਾਲਾ ਕੋਈ ਹੋਵੇ, ਚਾਹੇ ਉਹ ਮਹਾਤਮਾ ਬੁੱਧ ਦੇ ਬਚਨ ਹੋਣ, ਚਾਹੇ ਉਹ ਬਚਨ ਕਿਸੇ ਦੇ ਵੀ ਹੋਣ, ਪਸੰਦ ਕਰਦਾ ਹੈਗਾ। ਜਿਹੜਾ ਬੰਦਾ ਜ਼ਿੰਦਗੀ ਨੂੰ ਪਸੰਦ ਕਰੇਗਾ, ਹਾਸਿਆਂ ਨੂੰ ਪਸੰਦ ਕਰੇਗਾ, ਆਨੰਦ ਨੂੰ ਪਸੰਦ ਕਰੇਗਾ, ਉਹ ਗੁਰੂ ਨਾਨਕ ਨੂੰ, ਕਬੀਰ ਨੂੰ, ਰਵਿਦਾਸ ਜੀ ਮਹਾਰਾਜ ਨੂੰ ਪਸੰਦ ਕਰੇਗਾ ਹੀ ਕਰੇਗਾ। ਵੀ ਛੱਪਰੀਆਂ 'ਚ ਰਹਿਣ ਵਾਲੇ ਆਨੰਦ 'ਚ ਕਿਵੇਂ ਰਹਿੰਦੇ ਸੀ, ਇੰਨੇ ਖੁਸ਼, ਪਸੰਦ ਕਰਦਾ। ਕਿਸੇ ਕਮਿਊਨਿਟੀ ਦਾ ਬੰਦਾ ਹੋਵੇ ਭਾਵੇਂ, ਤੇ ਉਸ ਬੰਦੇ ਦੇ ਸ਼ਬਦ ਜਦੋਂ ਮੈਂ ਸੁਣੇ ਆ ਨਾ, ਆਉਣ ਲੱਗੇ ਨੇ, ਤੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਐਡੀ ਭੈੜੀ ਗੱਲ ਉਸ ਬੰਦੇ ਨੇ ਕੀਤੀ। ਉਹਨੇ ਇਦਾਂ ਦੇ ਸ਼ਬਦ, ਮੈਂ ਤੁਹਾਨੂੰ ਸਿੱਧਾ ਤੇ ਨਹੀਂ ਕਹਿ ਸਕਦਾ, ਪਰ ਐ ਦੱਸ ਦਿੰਨਾ, ਉਹਨੇ ਇਹ ਕਿਹਾ ਵੀ ਕਲਿਆਣ ਦਾਸ ਮਹਿਤਾ ਜੀ ਜੇ ਉਸ ਵੇਲੇ ਸੋਚ ਲੈਂਦੇ ਜਿੱਦੇ ਗੁਰੂ ਨਾਨਕ ਨੂੰ ਜੰਮਣਾ ਸੀ, ਵੀ ਜੰਮਦੇ ਨਾ ਇਹ ਜਿਹਾ, ਇਦਾਂ ਦਾ ਬੋਲਿਆ। ਐਸੀ ਪ੍ਰੋਟੈਕਸ਼ਨ ਵਰਤ ਲੈਂਦੇ ਕਲਿਆਣ ਦਾਸ ਵੀ ਗੁਰੂ ਨਾਨਕ ਨਾ ਜੰਮਦਾ। ਇਹ ਸ਼ਬਦ ਨੇ, ਮੈਂ ਪੂਰੇ ਸ਼ਬਦ ਨਹੀਂ ਬੋਲੇ, ਮੈਂ ਸ਼ਬਦ ਪੂਰੇ ਨਹੀਂ ਬੋਲੇ, ਉਹਨੇ ਭੱਦੇ ਸ਼ਬਦ ਬੋਲੇ, ਬੜੇ ਭੈੜੇ ਸ਼ਬਦ ਬੋਲੇ। ਤੇ ਮੈਂ ਸੋਚ ਰਿਹਾ ਸੀ, ਮੈਂ ਕਿਹਾ ਸਹੀ ਗੱਲ, ਜਦੋਂ ਬੰਦੇ ਕਈ ਵਾਰੀ ਇਹੋ ਜਿਹੀ ਗੱਲ ਸੁਣ ਕੇ, ਇਹ ਤੇ ਕੋਈ ਵੀ ਹੋਵੇ ਭਾਵੇਂ, ਇੱਕ ਵਾਰੀ ਆਉਂਦਾ ਵੀ ਯਾਰ ਇਹੋ ਜਿਹੇ ਇਨਕਲਾਬੀ ਯੋਧਿਆਂ ਨੂੰ, ਜਿਨ੍ਹਾਂ ਨੇ ਕ੍ਰਾਂਤੀ ਲਿਆ ਦਿੱਤੀ, ਭਾਵੇਂ ਹਿੰਦੂ ਵੀ ਨੇ, ਵੇਖਣਾ ਚਾਹੀਦਾ ਸੀ ਵੀ ਸਾਡੇ ਧਰਮ 'ਚ ਜਿਹੜਾ ਪਖੰਡ ਹੋ ਰਿਹਾ ਸੀ, ਜੇ ਉਹਦੇ ਵਿਰੁੱਧ ਕੋਈ ਬੰਦਾ ਉੱਠਿਆ ਸੀ ਤੇ ਉਹ ਸੀ ਗੁਰੂ ਨਾਨਕ, ਕਬੀਰ, ਰਵਿਦਾਸ ਮਹਾਰਾਜ ਵਰਗੇ, ਇਕੱਠੇ ਕਰਕੇ ਸਾਰੇ, ਜਿਨ੍ਹਾਂ ਨੂੰ ਉਹਨਾਂ ਨੇ ਤੋੜ ਲਿਆ, ਇੱਕ ਲਹਿਰ ਖੜੀ ਕਰਤੀ। ਜਿਉਣਾ ਨਾ ਆਉਂਦਾ ਲੁੱਟ ਕੇ ਖਾ ਜਾਂਦੇ ਪੁਜਾਰੀ। ਕਿਹੜੀਆਂ ਕਿਹੜੀਆਂ ਚੀਜ਼ਾਂ ਭੋਗਾਂ ਦੇ ਨਾਂ ਦੇ ਉੱਤੇ ਭਗਵਾਨ ਨੂੰ ਭੋਗ ਲੱਗਦਾ ਹੈ, ਕਿਹੜੀ ਕਿਹੜੀ ਚੀਜ਼ ਇੱਥੇ ਵਰਤੀ ਨਹੀਂ ਗਈ। ਇੱਥੇ ਕਿਹੜੀ ਕਿਹੜੀ ਚੀਜ਼ ਨਹੀਂ ਵਰਤੀ ਗਈ। ਇੱਥੇ ਬਲਾਤਕਾਰ ਹੋਏ ਐ ਦੇਵਦਾਸੀਆਂ ਦੇ ਨਾਮ ਦੇ ਉੱਤੇ। ਗੁਰੂ ਨਾਨਕ ਵਰਗਾ ਨਾ ਆਉਂਦਾ, ਮਰਦਾਨੇ ਨੂੰ ਨਾਲ ਲੈ ਕੇ ਨੰਗੇ ਪੈਰੀ ਸਫ਼ਰ ਕਰ ਕਰਕੇ ਥਾਂ ਥਾਂ ਤੇ ਜਾ ਕੇ ਬੂਬਣਿਆਂ ਨੂੰ, ਪੁਜਾਰੀਆਂ ਨੂੰ, ਲੁੱਟ ਕੇ ਖਾਣ ਵਾਲਿਆਂ ਨੂੰ ਆਵਾਜ਼ ਨਾ ਦਿੰਦਾ, ਤੇ ਕੌਣ ਸੁਣਦਾ ਸਾਡੀ? ਭਾਵੇਂ ਬੰਦਾ ਕਿਸੇ ਕਮਿਊਨਿਟੀ ਵਿੱਚ ਜੰਮਿਆ ਹੋਵੇ, ਗੱਲ ਹਿੰਦੂ ਦੀ ਨਹੀਂ। ਕਿਉਂ ਇੰਨੀ ਨਫ਼ਰਤ ਹੋ ਗਈ ਗੁਰੂ ਨਾਨਕ ਨਾਲ? ਕਹਿੰਦੇ ਸਾਡਾ ਕਲਿਆਣ ਦਾਸ ਜੇ ਉਦੋਂ ਕੁਛ ਐਸਾ ਵਰਤ ਲੈਂਦਾ ਵੀ ਬਾਬਾ ਜੰਮਦਾ ਹੀ ਨਹੀਂ। ਇਹ ਸ਼ਬਦ ਨੇ ਉਹਦੇ ਸਹੀ ਸ਼ਬਦ ਨਹੀਂ ਮੈਂ ਵਰਤ ਰਿਹਾ, ਉਹਨੇ ਜ਼ਿਆਦਾ ਗਲਤ ਬੋਲਿਆ।
ਤੇ ਮੈਂ ਸੋਚ ਰਿਹਾ ਸੀ, ਮੈਂ ਕਿਹਾ ਕਿੱਦਾਂ ਦੇ ਲੋਕ ਨੇ ਇਹ, ਕਿੱਡੀ ਭੈੜੀ ਸੋਚ ਲੈ ਕੇ ਆਪਣੇ ਅੰਦਰ ਕਿੰਨੀ ਜ਼ਹਿਰ ਲੈ ਕੇ ਬੈਠੇ, ਕਿੰਨੀ ਕ੍ਰਾਂਤੀਕਾਰੀ, ਕ੍ਰਾਂਤੀ ਲਿਆਉਣ ਵਾਲੇ ਬੰਦੇ ਸਭ ਦੇ ਸਾਂਝੇ ਹੁੰਦੇ ਆ, ਸਮਾਜ ਨੂੰ ਸੌਖਿਆ ਕਰਨ ਵਾਲੇ ਸਭ ਦੇ ਸਾਂਝੇ ਹੁੰਦੇ ਆ। ਤੁਹਾਡਾ ਸਾਹ ਸੌਖਾ ਕੀਤਾ ਗੁਰੂ ਨਾਨਕ ਨੇ। ਲੁੱਟ ਕੇ ਖਾਣ ਵਾਲਿਆਂ ਬੰਦਿਆਂ ਵਾਸਤੇ ਕੋਈ ਬੰਦਾ ਆਵਾਜ਼ ਉਠਾਉਂਦਾ ਹੈ, ਉਹ ਸਭ ਦੇ ਸਾਂਝੇ ਹੁੰਦੇ ਆ। ਆਡਾ ਲੈਂਦਾ ਜਿਹੜਾ, ਗੁਰੂ ਨਾਨਕ ਨੇ ਇਕੱਲੇ ਕਹਿੰਦੇ ਨੇ ਮੈਂ ਨਹੀਂ ਪਾਉਂਦਾ ਜਨੇਊ, ਛੱਡੋ ਪਰੇ, ਪਰ ਕਹਿੰਦੇ ਯਾਰ ਮਨ ਉੱਤੇ ਤੇ ਅਸਰ ਹੀ ਕੋਈ ਨਹੀਂ, ਜਨੇਊ ਮੇਰੇ ਸਰੀਰ ਤੇ ਪਾ ਲਿਆ, ਬਾਹਰ ਪਾ ਲਿਆ, ਪੰਗਾ ਤੇ ਇਹ ਮਨ ਤੇ ਉਵੇਂ ਹੀ ਭਟਕੀ ਜਾਂਦਾ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਹੀ ਹੈਗਾ ਤੇਰੇ ਕੋਲ, ਹੈ ਹੀ ਤਾਂ ਪਾਂਡੇ ਘੱਟ ਪਾ ਦੇ ਮੇਰੇ। ਜਨੇਊ ਪਾਣ ਨਾਲ ਜੇ ਮਨ ਕਾਬੂ ਹੁੰਦਾ ਹੋਵੇ ਤੇ ਗੱਲ ਬਣ ਜਾਏ। ਮਨ ਨਹੀਂ ਕਾਬੂ ਹੋ ਰਿਹਾ, ਮਨ ਲਈ ਜਨੇਊ ਹੋਰ ਹੋਏਗਾ। ਤੇ ਮੈਂ ਤੁਹਾਨੂੰ ਵੀ ਕਹਿ ਦਿਆਂ, ਸਿੱਖੋ, ਬਾਹਰੋਂ ਗਾਤਰਾ ਪਾ ਲਓ, ਕਿਰਪਾਨ ਪਾ ਲਓ, ਮੈਂ ਵੀ ਪਾ ਕੇ ਬੈਠਾ, ਪਰ ਮਨ ਲਈ ਗਾਤਰਾ ਕੋਈ ਹੋਰ ਹੋਏਗਾ। ਮਨ ਨੇ ਕਿਸੇ ਹੋਰ ਗਿਆਨ ਖੜਕ ਦੇ ਨਾਲ ਕਾਬੂ ਆਉਣਾ। ਗਿਆਨ ਦੇ ਨਾਲ ਇਹਨੂੰ ਕਈ ਵਾਰੀ ਚੀਰਾ ਦੇਣਾ ਪੈਂਦਾ। ਮਨ ਨੂੰ ਥੌਟ ਉੱਠਦਾ, ਥੌਟ ਵਿਚਾਰ ਅੰਦਰੋਂ ਉੱਠਦਾ, ਭੈੜਾ ਫੁਰਨਾ ਉੱਠਦਾ, ਗੁੱਸਾ ਉੱਠਦਾ, ਉਦੋਂ ਗਿਆਨ ਖੜਗ ਅੰਦਰੋਂ ਵਿਵੇਕ ਜਾਗਦਾ ਤੇ ਉਹ ਗਿਆਨ ਖੜਗ ਹੈ ਜਿਹੜੀ ਉਹ ਭੈੜੇ ਵਿਚਾਰ ਨੂੰ ਤੋੜਦੀ ਹੈ। ਉੱਥੇ ਗਿਆਨ ਖੜਗ ਕੰਮ ਆਉਂਦੀ ਹੈ, ਮੇਰੀ ਪਾਈ ਹੋਈ ਬਾਹਰਲੀ ਕਿਰਪਾਨ ਕੰਮ ਨਹੀਂ ਆਉਂਦੀ। ਅੰਦਰਲੀ ਖੜਗ, ਅੰਦਰੋਂ ਹੀ ਇਮੋਸ਼ਨ ਪੈਦਾ ਹੁੰਦਾ, ਐ ਕਰਦੇ ਤੇ ਅੰਦਰੋਂ ਹੀ ਗਿਆਨ ਖੜਗ ਪੈਦਾ ਹੋ ਕੇ ਉਸ ਇਮੋਸ਼ਨ ਨੂੰ ਕੱਟਦੀ ਹੈ। ਗਿਆਨ ਖੜਗ ਤੇ ਇਹੋ ਜਿਹੇ ਕ੍ਰਾਂਤੀਕਾਰੀ ਯੋਧੇ ਜਿਹੜੇ ਮਨ ਦੀ ਗੱਲ ਕਰਨ, ਉਹਨਾਂ ਪ੍ਰਤੀ ਇੰਨੀ ਨਫ਼ਰਤ, ਇੰਨੀ ਨਫ਼ਰਤ। ਅਸੀਂ ਕਹਿੰਦੇ ਹਿੰਦੂ ਨਹੀਂ ਗੁਰੂ ਨਾਨਕ ਨੂੰ ਜਾਣਦੇ, ਨਹੀਂ ਨਹੀਂ, ਅਸਲੀ ਤੇ ਸਿੱਖ ਵੀ ਨਹੀਂ ਜਾਣਦੇ ਕਿ ਬਾਬਾ ਹੈ ਕੌਣ ਹੈ ਸਾਡਾ। ਅਸੀਂ ਕਿਹੜਾ ਜਾਣਦੇ ਆ, ਅਸੀਂ ਵੀ ਤੇ ਪੂਜਿਆ ਸਮਝਿਆ ਕਿੰਨੇ ਆ ਬਾਬੇ ਨਾਨਕ, ਮੱਥਾ ਟੇਕਿਆ, ਫੋਟੋਆਂ ਘਰ ਵਿੱਚ ਲਾਈਆਂ। ਇੱਕ ਫੋਟੋ ਦਾ ਭਾਰ ਤੁਹਾਡੀਆਂ ਨਾ ਇੱਕ ਕੰਧ 50 ਗੁਰੂ ਨਾਨਕ ਦੀਆਂ ਫੋਟੋਆਂ ਦਾ ਭਾਰ ਚੱਲ ਲੈਗੀ ਵੀਰੋ। ਪਰ ਗੁਰੂ ਨਾਨਕ ਦੀ ਸੋਚ ਹੈ, ਵਿਚਾਰ ਹੈ ਨਾ ਜਿਹੜੀ, ਜਦੋਂ ਇਹ ਸੁਣੀ ਦੀ ਹੈ ਤੇ ਲੱਤਾਂ ਬੰਦੇ ਦੀਆਂ ਭਾਰ ਨਹੀਂ ਚੱਲਦੀਆਂ, ਖੜ ਨਹੀਂ ਸਕਦੇ ਅਸੀਂ। ਐਸੇ ਵਿਚਾਰ ਨੇ ਤੇ ਐਸੇ ਮੂਰਖਾਂ ਨਾ ਅਸੀਂ ਆਪ ਸਮਝੇ ਤੇ ਨਾ ਕਿਸੇ ਨੂੰ ਸਮਝਾਇਆ। ਉਸ ਬੰਦੇ ਪ੍ਰਤੀ ਲਹਿਰ ਉੱਠੀ, ਬੜਾ ਗੁੱਸਾ ਕਈਆਂ ਨੂੰ ਵੀ ਇਸ ਬੰਦੇ ਨੂੰ ਗ੍ਰਿਫਤਾਰ ਕਰਨਾ ਚਾਹੀਦਾ। ਚਲੋ ਉਹ ਤੇ ਜੋ ਵੀ ਕਾਨੂੰਨੀ ਬਣਦੀ ਕਾਰਵਾਈ, ਸਜ਼ਾ, ਪਰ ਇਹ ਹਰ ਬੰਦੇ ਨੂੰ ਸੋਚਣਾ ਚਾਹੀਦਾ। ਗੁਰੂ ਨਾਨਕ ਬਾਰੇ ਬੋਲਣ ਵਾਲਿਓ, ਕਦੇ ਗੁਰੂ ਨਾਨਕ ਨੂੰ ਪੜ੍ਹ ਸੁਣ ਤੇ ਲਓ। ਤੁਸੀਂ ਕਹਿੰਦੇ ਹੋ ਗੁਰੂ ਨਾਨਕ ਨਾ ਜੰਮਦਾ, ਕਿਤੇ ਕਲਿਆਣ ਦਾਸ ਮਹਿਤਾ ਜੀ ਜੰਮਣ ਤੋਂ ਪਹਿਲਾਂ ਸੋਚ ਲੈਂਦੇ। ਅਸੀਂ ਕਹਿੰਦੇ ਆ ਗੁਰੂ ਨਾਨਕ ਵਰਗੇ ਹੋਰ ਹੋਣ। ਅਸੀਂ ਭਾਗਾਂ ਵਾਲੇ, ਗੁਰੂ ਅੰਗਦ ਵੀ ਗੁਰੂ ਨਾਨਕ ਬਣ ਗਏ, ਗੁਰੂ ਅਮਰਦਾਸ ਵੀ ਗੁਰੂ ਨਾਨਕ ਬਣ ਗਏ। ਕਿੱਥੇ ਗੁਰੂ ਨਾਨਕ ਖਤਮ ਹੋਇਆ? ਤੁਹਾਡੇ ਵਰਗੇ ਪੈਦਾ ਉਦੋਂ ਵੀ ਕਹਿੰਦੇ ਹੋਣਗੇ ਗੁਰੂ ਨਾਨਕ ਕਿੱਥੋਂ ਆ ਗਿਆ, ਇਹ ਤੇ ਗੱਲਾਂ ਹੀ ਵੱਖਰੀਆਂ ਕਰਦਾ। ਪਰ ਜ਼ੋਰ ਲਾ ਲਿਆ ਤੁਸੀਂ, ਬੱਚਿਆਂ ਨੂੰ ਵੀ ਭਾਵੇਂ ਖਰੀਦ ਲਿਆ, ਪਰ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਦੀ ਸੋਚ ਤੋਂ ਜੋਤ ਜਗ ਗਈ ਅੱਗੇ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਕਹਿੰਦੇ ਤੇ ਨਾਨਕ ਫਿਰ ਜਿਉਂਦਾ ਹੋ ਗਿਆ। ਗੁਰੂ ਰਾਮਦਾਸ ਜੀ ਦੀ ਪੜਕ ਵੇਖੀ, ਕਹਿੰਦੇ ਤੇ ਫਿਰ ਆ ਗਿਆ। ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਵੀ ਹੱਸ ਕੇ ਪਾਂਡੇ ਦੀਆਂ ਅੱਖਾਂ ਚੱਖਾਂ ਪਾ ਕੇ ਕਹਿੰਦੇ ਉਹ ਕਰ ਲੈ ਜੋ ਕਰਨਾ ਹੈ, ਉਹ ਕਹਿੰਦੇ ਤੇ ਫਿਰ ਆ ਗਿਆ ਯਾਰ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵੇਖੇ, ਅੱਜ ਫਿਰ ਬੋਲਦਾ ਹੈ। ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਿਆ ਤੇ ਜਦੋਂ ਕਲਗੀਆਂ ਵਾਲੇ ਨੂੰ ਆਖਿਆ, ਕਹਿੰਦੇ ਓਏ ਗੁਰੂ ਨਾਨਕ ਨਹੀਂ ਮਰਦਾ, ਇਹ ਨਹੀਂ ਮਰਦਾ, ਇੱਕ ਸੋਚ ਹੈ, ਇਹ ਮਰਨਾ ਹੀ ਨਹੀਂ। ਗੁਰੂ ਨਾਨਕ ਪੈਦਾ ਹੋਏ ਹੈ, ਖਤਮ ਨਹੀਂ ਹੋਏ।
ਤੇ ਕ੍ਰਾਂਤੀਕਾਰੀ ਲੋਕ, ਸਮਝਦਾਰ ਲੋਕ, ਅਕਲ ਵਾਲਾ ਹਿੰਦੂ, ਅਕਲ ਵਾਲਾ ਮੁਸਲਮਾਨ, ਅਕਲ ਵਾਲਾ ਈਸਾਈ, ਅਕਲ ਵਾਲਾ ਬੋਧੀ, ਅਕਲ ਵਾਲਾ ਜੈਨੀ, ਕੋਈ ਕਿਸੇ ਧਰਮ 'ਚ ਪੈਦਾ ਹੋਇਆ ਹੋਵੇ, ਸਮਝਦਾਰ ਬੰਦਾ, ਕ੍ਰਾਂਤੀਕਾਰੀ ਸੋਚ ਰੱਖਣ ਵਾਲਾ ਬੰਦਾ, ਬਦਲਾਵ ਲਿਆਉਣ ਵਾਲਾ ਬੰਦਾ, ਸਮਾਜ ਨੂੰ ਬਦਲਣ ਵਾਲਾ ਬੰਦਾ ਹਮੇਸ਼ਾ ਕਹੇਗਾ ਗੁਰੂ ਨਾਨਕ ਵਰਗੇ ਰੋਜ਼ ਜੰਮਦੇ ਰਹਿਣ। ਉਹ ਕਦੀ ਨਹੀਂ ਕਹਿ ਸਕਦਾ, ਉਹ ਤੇ ਕਹਿਣਗੇ ਘਰ ਘਰ ਹੋਣ ਪੈਦਾ ਗੁਰੂ ਨਾਨਕ ਵਰਗੇ। ਚੰਗੀ ਸੋਚ ਰੱਖਣ ਵਾਲੇ ਬੰਦੇ ਨਹੀਂ। ਹਾਂ, ਇਹ ਮੂਰਖ ਲੋਕ ਜਿਹੜੇ ਕੱਟੜਤਾਈ ਦੇ ਵਿੱਚ ਜਿਉਂਦੇ ਆ, ਮਾਫ ਕਰਨਾ ਭਾਵੇਂ ਤੁਹਾਨੂੰ ਗੁੱਸਾ ਹੀ ਲੱਗੇ, ਕੱਟੜਤਾਈ ਚਾਹੇ ਮੁਸਲਮਾਨਾਂ 'ਚ ਹੈ, ਚਾਹੇ ਕੱਟੜਤਾਈ ਹਿੰਦੂਆਂ 'ਚ ਹੈ, ਤੇ ਚਾਹੇ ਕੱਟੜਤਾਈ ਸਿੱਖਾਂ 'ਚ ਹੈ, ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ ਹੈ। ਮੇਰੇ ਤੋਂ ਬਿਨਾ ਦੂਜਾ ਇਹ ਨਹੀਂ, ਇਹ ਬਹੁਤ ਭੈੜੀ ਸੋਚ ਹੈ। ਹੋਰ ਨਹੀਂ ਕੋਈ ਦਿਸਣਾ ਚਾਹੀਦਾ, ਹੋਰ ਨਹੀਂ ਕੋਈ ਹੋਣਾ ਚਾਹੀਦਾ, ਬਹੁਤ ਖਤਰਨਾਕ ਸੋਚ ਹੈ। ਇਹੋ ਜਿਹਾ ਬੰਦਾ ਕਿਸੇ ਵੀ ਧਰਮ ਵਿੱਚ ਪੈਦਾ ਹੁੰਦਾ, ਦਾਗ ਲਾਉਣ ਵਾਲਾ ਬੰਦਾ ਇਹੋ ਜਿਹਾ, ਮੂਰਖ ਬੰਦਾ ਇਹੋ ਜਿਹਾ। ਮਾੜਾ ਜਿਹਾ ਦਿਮਾਗ ਵਰਤਣਾ, ਸੋਚਣਾ ਪੈਣਾ। ਤੇ ਸ਼ੁਕਰ ਕਰੋ ਇਹੋ ਜਿਹੇ ਇਨਕਲਾਬੀ ਪੈਦਾ ਹੋਏ ਜਿਨ੍ਹਾਂ ਨੇ ਖੁਸ਼ ਰਹਿਣਾ, ਆਨੰਦ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਦੁੱਖਾਂ ਨੂੰ ਵੀ ਖੁਸ਼ੀ ਦੇ ਨਾਲ ਬਰਦਾਸ਼ਤ ਕਰ ਲੈਣਾ, ਝੱਲਣ ਦੀ ਤਾਕਤ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ। ਇਹੋ ਜਿਹੇ ਬੰਦਿਆਂ ਨੇ ਕਦੇ ਗੁਰੂ ਨਾਨਕ ਨੂੰ ਪੜ੍ਹਿਆ ਹੀ ਨਹੀਂ ਹੁੰਦਾ। ਇਹ ਤੇ ਕੱਟੜਤਾਈ, ਇੱਕੋ ਹੀ ਕੌਮ ਹੋਵੇ, ਇੱਕੋ ਹੀ ਹੋਈਏ, ਹੋਰ ਤੇ ਕੋਈ ਹੋਵੇ ਹੀ ਨਾ ਦੁਨੀਆ ਉੱਤੇ, ਇਹ ਇਦਾਂ ਦੀ ਸੋਚ ਲੈ ਕੇ ਚੱਲਦੇ ਆ। ਤੇ ਮਾਫ ਕਰਨਾ, ਮੈਂ ਸਿੱਖੋ ਤੁਹਾਨੂੰ ਵੀ ਕਹਿ ਦਿਆਂਗਾ, ਜਿੱਦਣ ਤੁਸੀਂ ਕਹਿੰਦੇ ਹੋ ਵੀ ਸਾਰੀ ਦੁਨੀਆ ਤੇ ਇੱਕ ਦਿਨ ਸਿੱਖਾਂ ਦਾ ਹੀ ਰਾਜ ਹੋਏਗਾ, ਸੋਚ ਇਹ ਵੀ ਨਾ ਰੱਖੋ ਯਾਰ, ਸਭ ਨੂੰ ਹੱਸਦੇ ਵਸਦੇ ਰਹਿਣ ਦਿਓ। ਸਾਰੀ ਦੁਨੀਆ ਨੇ ਇਦਾਂ ਹੀ ਚੱਲਣਾ। ਜੇ ਹਿੰਦੂ ਸੋਚੇ ਵੀ ਸਿਰਫ ਹਿੰਦੂ ਹੀ ਰਹਿਣ, ਇਹ ਵੀ ਠੀਕ ਨਹੀਂ। ਤੇ ਜੇ ਸਿੱਖ ਸੋਚੇ ਵੀ ਸਿਰਫ ਸਿੱਖ ਹੀ ਹੋਣ, ਸੋਚ ਇਹ ਵੀ ਠੀਕ ਨਹੀਂ। ਬੜੀਆਂ ਕਮਿਊਨਿਟੀਜ਼ ਹਨ ਇੱਥੇ, ਬੜੇ ਤਰ੍ਹਾਂ ਦੇ ਲੋਕ ਨੇ, ਬੜੇ ਤਰ੍ਹਾਂ ਦੀ ਦੁਨੀਆ। ਨਾਲੇ ਵੇਖੋ ਵੱਖਰੇ ਵੱਖਰੇ ਫੁੱਲ ਨੇ ਤੇ ਗੁਲਦਸਤਾ ਸੋਹਣਾ ਹੀ ਤਾਂ ਲੱਗਦਾ। ਕੱਢੋ ਇਹੋ ਜਿਹੀਆਂ ਕੱਟੜਤਾਈਆਂ ਆਪਣੇ ਅੰਦਰੋਂ, ਜ਼ਹਿਰ ਜਿਹੜੀ ਭਰੀ ਪਈ ਹੈ ਨਾ, ਇਹ ਆਪਣੇ ਅੰਦਰੋਂ ਕੱਢੋ, ਦਿਮਾਗ ਤੋਂ ਕੰਮ ਲਓ ਮਾੜਾ ਜਿਹਾ, ਅਕਲ ਨੂੰ ਹੱਥ ਮਾਰੋ। ਕਿਤੇ ਬਾਬਾ ਪੜ੍ਹ ਕੇ ਵੇਖੋ, ਕਿਤੇ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੂੰ ਪੜ੍ਹ ਕੇ ਵੇਖੋ।